ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਉੱਘੇ ਵਿਦਵਾਨ ਸਰਦਾਰ ਅਮਰਜੀਤ ਸਿੰਘ ਗਰੇਵਾਲ। ਗਰੇਵਾਲ ਸਾਹਿਬ ਦਾ ਇੱਕ ਆਪਣਾ ਔਰਾ ਹੈ, ਔਰ ਖਾਸ ਤੌਰ ਤੇ ਜਰਨਲਿਜ਼ਮ ਦੀ ਇਹਨਾਂ ਕੋਲ ਇੱਕ ਚੋਖੀ ਸਮਝ ਹੈ। ਗਰੇਵਾਲ ਸਾਹਿਬ ਜੀ ਆਇਆਂ। ਥੈਂਕ ਯੂ ਸੋ ਮਚ ਰੰਧਾਵਾ ਸਾਹਿਬ। ਪੰਜਾਬ ਦੇ ਵਿੱਚ ਇੱਕ ਵਿਵਾਦ ਦੁਆਲੇ ਸਾਰੀ ਸਿਆਸਤ ਘੁੰਮ ਕੇ ਰਹਿ ਗਈ। ਕੈਪਟਨ ਬਨਾਮ ਸਿੱਧੂ, ਲਗਭਗ ਸਾਰੇ ਮਸਲੇ ਉੱਥੇ ਹੀ ਆ ਕੇ ਕੇਂਦਰਿਤ ਹੋ ਜਾਂਦੇ। ਹੁਣ ਇਸ ਵਿਵਾਦ ਨੇ ਨਿੱਜ ਤੱਕ ਪਹੁੰਚਣਾ ਸ਼ੁਰੂ ਕਰਤਾ। ਨਵਜੋਤ ਸਿੰਘ ਸਿੱਧੂ ਦੇ ਬਿਜਲੀ ਦੇ ਬਿੱਲਾਂ ਨੂੰ ਵੀ ਟਾਰਗੇਟ ਕਰਤਾ ਗਿਆ ਕਿ ਉਹਨੇ ਪੇ ਨਹੀਂ ਕੀਤੇ। ਹਾਲਾਂਕਿ ਇਹ ਨਰੋਲ ਵਿਅਕਤੀਗਤ ਮਸਲਾ ਹੈ ਕਿ ਕਿਹਨੇ ਕਦੋਂ ਆਪਣੇ ਬਿੱਲ ਪੇ ਕਰਨੇ ਆ। ਸ਼ਾਇਦ ਅਸੀਂ ਹੁਣ ਸਿਆਸਤ ਦੀ ਉਸ ਸੀਮਾ ਨੂੰ ਉਲੰਘ ਲਿਆ ਜਿਹੜੀ ਅਕਸਰ ਇੱਕ ਮਰਿਆਦਾ 'ਚ ਹੁੰਦੀ ਹੈ। ਖੈਰ ਚਲੋ ਛੱਡਦੇ ਆ, ਇਹ ਤਾਂ ਉਹਨਾਂ ਦਾ ਆਪਣਾ ਨਿੱਜ ਹੈ ਕਿ ਉਹਨਾਂ ਨੇ ਕਦੋਂ ਤੱਕ ਤੇ ਕਿੱਥੋਂ ਤੱਕ ਲੜਨਾ ਹੈ। ਲੇਕਿਨ ਕੀ ਇਹ ਲੜਾਈ ਸੱਚਮੁੱਚ ਦੀ ਕੋਈ ਲੜਾਈ ਆ, ਜਾਂ ਇਹ ਲੜਾਈ ਸਾਡੇ ਲੋਕਾਂ ਲਈ ਡਿਜ਼ਾਈਨ ਕੀਤੀ ਗਈ ਹੈ? ਲੋਕਤੰਤਰ ਦੇ ਅਸਲੀ ਅਰਥ ਕਿ ਲੋਕਾਂ ਦੀ ਸਰਕਾਰ ਲੋਕਾਂ ਲਈ, ਉਹਦੇ ਤੋਂ ਉਲਝਾ ਕੇ ਵਿਅਕਤੀ ਵਿਸ਼ੇਸ਼ ਇਹਦੇ ਵਿੱਚ ਫੋਕਸ 'ਚ ਲਿਆਂਦੇ ਗਏ। ਕੀ ਕਾਰਪੋਰੇਟ ਘਰਾਣਾ ਕੋਈ ਇਹਦੇ ਵਿੱਚ ਪਿੱਛੇ ਖੜਾ ਹੈ? ਕੀ ਇਲੈਕਸ਼ਨ ਜਿੱਤਣ ਦੀ ਕੋਈ ਇਹ ਰਣਨੀਤੀ ਹੋ ਸਕਦੀ ਹੈ? ਸਰਦਾਰ ਗਰੇਵਾਲ ਸਾਹਿਬ ਮੇਰੇ ਨਾਲ ਕੱਲ ਸ਼ਾਮ ਨੂੰ ਮੈਨੂੰ ਨੌਕ ਕਰਦੇ, ਮੈਨੂੰ ਕਹਿੰਦੇ ਆ ਕਿ ਇਹ ਜ਼ਰੂਰੀ ਨਹੀਂ ਕਿ ਲੜਾਈ ਜਿਵੇਂ ਦੀ ਦਿਸਦੀ ਆ ਉਵੇਂ ਦੀ ਹੋਵੇ। ਇਹ ਲੜਾਈ ਪ੍ਰਸ਼ਾਂਤ ਕਿਸ਼ੋਰ ਦੀ ਤਾਂ ਨਹੀਂ। ਪ੍ਰਸ਼ਾਂਤ ਕਿਸ਼ੋਰ ਕਾਂਗਰਸ ਦੇ ਰਣਨੀਤੀਕਾਰ ਨੇ ਚੋਣਾਂ ਨੂੰ ਲੈ ਕੇ। ਕੀ ਕਿਤੇ ਕੈਪਟਨ ਅਮਰਿੰਦਰ ਸਿੰਘ ਤੇ ਖੇਡਿਆ ਜਾਣ ਵਾਲਾ ਦਾ ਘਾਟੇ ਬੰਦਾ ਸੌਦਾ ਹੋਵੇ ਨਵਜੋਤ ਸਿੰਘ ਸਿੱਧੂ ਨੂੰ ਫੋਕਸ ਵਿੱਚ ਲਿਆਉਣ ਲਈ? ਕਿਉਂਕਿ ਉਹ ਵੀ 2-2.5 ਸਾਲ ਲਗਭਗ ਬਾਹਰ ਰਹੇ ਆ। 4.5 ਸਾਲ 'ਚ ਉਹਨਾਂ ਦੀ ਵੀ ਕੋਈ ਵੱਡੀ ਪ੍ਰਾਪਤੀ ਨਹੀਂ। ਪਹਿਲਾਂ ਸਿੱਧੂ ਨੂੰ ਹੀਰੋ ਬਣਾ ਕੇ ਉਹਨੂੰ ਵਿਰੋਧੀ ਦਿਖਾ ਕੇ ਬਾਗੀ ਸੁਰਾਂ 'ਚ, ਕਿਉਂਕਿ ਬਾਗੀਆਂ ਨੂੰ ਲੋਕ ਪਸੰਦ ਕਰਦੇ ਆ, ਪੰਜਾਬ ਦੇ ਵਿੱਚ ਵਿਦਰੋਹੀ ਸੁਰ ਜਿਹੜੀ ਉਹਦੇ ਨਾਲ ਜ਼ਿਆਦਾ ਲੋਕ ਖੜਦੇ ਆ। ਕੀ ਇਹ ਡਿਜ਼ਾਈਨ ਕੀਤਾ ਗਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਖੜਾ ਕਰ ਲਓ, ਪੰਜਾਬ ਦੇ ਲੋਕਾਂ ਲਈ ਕਾਂਗਰਸ ਦਾ ਇੱਕ ਨਵਾਂ ਚਿਹਰਾ ਖੜਾ ਹੋ ਜੇ, ਔਰ ਇਲੈਕਸ਼ਨ 'ਚ ਜਾਣ ਵੇਲੇ ਪ੍ਰਸ਼ਾਂਤ ਕਿਸ਼ੋਰ ਦੀ ਜਿੱਤਣ ਦੀ ਆਦਤ ਨੂੰ ਬੂਰ ਪੈ ਜੇ? ਇਹ ਗਰੇਵਾਲ ਸਾਹਿਬ ਕਹਿੰਦੇ ਆ। ਹੁਣ ਇਹਨਾਂ ਦੇ ਆਧਾਰ ਕੀ ਆ, ਇਹਦੇ ਉੱਤੇ ਜਾਣਦੇ ਆ। ਕੈਪਟਨ ਅਮਰਿੰਦਰ ਸਿੰਘ ਸੁਪਰੀਮ ਕੋਰਟ ਦੇ ਵਿੱਚ ਹਾਈ ਕੋਰਟ ਦੀ ਜੱਜਮੈਂਟ ਨੂੰ, ਜਿਹੜੀ ਬੇਅਦਬੀ ਮਾਮਲਿਆਂ 'ਚ ਆਈ ਆ, ਉਹਨੂੰ ਚੈਲੰਜ ਕਰਦੇ ਆ, ਔਰ ਸਰਕਾਰ ਦੀ ਜਿੱਥੇ ਜਿੱਥੇ ਕਿਰਕਰੀ ਹੋਈ ਆ ਉਹਨਾਂ ਨੁਕਤਿਆਂ ਦੇ ਉੱਤੇ ਕਰਦੇ ਆ। ਕੀ ਇਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਖਿਲਾਫ ਆਏ ਫੈਸਲੇ, ਔਰ ਨਿੱਜੀ ਤੌਰ ਤੇ ਕੁੰਵਰ ਵਿਜੇ ਪ੍ਰਤਾਪ ਨੂੰ ਜਿਹੜਾ ਟਾਰਗੇਟ ਕੀਤਾ ਗਿਆ, ਕੀ ਉਹਨੂੰ ਵੀ ਚੈਲੰਜ ਕੀਤਾ ਗਿਆ? ਕਿਉਂਕਿ ਉਦੋਂ ਉਹ ਆਈਜੀ ਸੀਗੇ ਔਰ ਉਹ ਸਰਕਾਰ ਦੀ ਜ਼ਿੰਮੇਵਾਰੀ ਸੀਗੇ। ਜੇ ਨਹੀਂ, ਇਹਦਾ ਮਤਲਬ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਇਸ ਕੇਸ ਨੂੰ ਆਪਣੇ ਢੰਗ ਨਾਲ ਵੀ ਲੜਨਗੇ। ਕੀ ਸੁਪਰੀਮ ਕੋਰਟ ਦੇ ਵਿੱਚ ਇਹ ਮਸਲਾ ਉਲਝ ਕੇ ਜਿਹੜੀ ਤੇਜ਼ੀ ਨਾਲ ਹੁੰਦੀ ਕਾਰਵਾਈ ਹੈ ਕੀ ਇੱਕ ਵਾਰੀ ਫਿਰ ਰੁਕ ਜੂਗੀ? ਕੀ ਸੁਪਰੀਮ ਕੋਰਟ ਦੇ ਵਿੱਚ ਕੋਈ ਸਟੇ ਹੋਣਗੇ, ਜਾਂ ਜਿਹੜੀ SIT ਨਵੀਂ ਬਣੀ ਆ ਉਹਦਾ ਕੰਮ ਵੀ ਪ੍ਰਭਾਵਿਤ ਹੋ ਸਕਦਾ? ਸੋ ਇਹੋ ਜਿਹੇ ਬਹੁਤ ਮਸਲੇ ਆ। ਜੇ ਅੰਗਰੇਜ਼ੀ ਟ੍ਰਿਬਿਊਨ ਦੀ ਖਬਰ ਆ ਕਿ ਸਿੱਧੂ ਨੂੰ ਕੰਪੇਨ ਕਮੇਟੀ ਦਾ ਚੇਅਰਮੈਨ ਲਾਇਆ ਜਾ ਸਕਦਾ ਹੈ, ਜਾਂ ਇਹਦੇ ਸੰਬੰਧੀ ਰਾਵਤ ਨੇ ਕੋਈ ਗੱਲ ਕੀਤੀ ਹੈ, ਇਹ ਵੱਖਰੇ ਮਸਲੇ ਆ। ਪਰ ਮੈਂ ਮੁੱਢਲੇ ਤੌਰ ਤੇ ਗਰੇਵਾਲ ਸਾਹਿਬ ਤੋਂ ਇਹੀ ਪੁੱਛਣਾ ਹੈ ਕਿ ਜਿਹੜਾ ਉਹਨਾਂ ਦੇ ਬ੍ਰੇਨ ਚਾਈਲਡ ਆ, ਜਿਹੜਾ ਉਹਨਾਂ ਦਾ ਥਾਟ ਹੈ, ਜਿਹੜਾ ਉਹਨਾਂ ਦਾ ਖਿਆਲ ਆ ਕਿ ਇਹ ਪ੍ਰਸ਼ਾਂਤ ਕਿਸ਼ੋਰ ਦੀ ਡਿਜ਼ਾਈਨ ਕੀਤੀ ਲੜਾਈ ਆ, ਮੈਂ ਗਰੇਵਾਲ ਸਾਹਿਬ ਮੈਨੂੰ ਸਮਝਾਇਓ ਤੁਹਾਡੇ ਇਸ ਖਿਆਲ ਦਾ ਆਧਾਰ ਕੀ ਆ ਕਿ ਪ੍ਰਸ਼ਾਂਤ ਕਿਸ਼ੋਰ ਨੇ ਇਹ ਸਭ ਡਿਜ਼ਾਈਨ ਕੀਤਾ ਲੋਕਾਂ ਦੇ ਵਿੱਚ ਕਾਂਗਰਸ ਦੀ ਖੁਰੀ ਸ਼ਾਖ ਨੂੰ ਮੁੜ ਕੇ ਬਚਾਉਣ ਲਈ, ਬਹਾਲ ਕਰਨ ਲਈ ਤੇ ਜਿੱਤਣ ਲਈ? ਰੰਧਾਵਾ ਸਾਹਿਬ, ਥੈਂਕ ਯੂ ਸੋ ਮਚ ਕਿ ਤੁਸੀਂ ਮੈਨੂੰ ਇਸ ਵਿਸ਼ੇ ਤੇ ਬੋਲਣ ਲਈ ਕਿਹਾ। ਮੈਂ ਇਸ ਵਿਸ਼ੇ ਨੂੰ ਜੇ ਕੋਈ ਟਾਈਟਲ ਦੇਣਾ ਹੋਵੇ ਤਾਂ ਮੈਂ ਕਹਾਂਗਾ ਕਾਰਪੋਰੇਟਾਈਜੇਸ਼ਨ ਆਫ ਇੰਡੀਅਨ ਇਲੈਕਸ਼ਨਸ ਜਾਂ ਪੰਜਾਬ ਇਲੈਕਸ਼ਨਸ। ਆਪਾਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਕਿ ਪਹਿਲੇ ਤੇ ਜਿਹੜੀ ਸਾਰੀ ਇੰਡਸਟਰੀ ਆ ਉਹਨੂੰ ਨਿਊ ਲਿਬਰਲਿਜ਼ਮ ਦੀ ਪਾਲਿਸੀ ਅਧੀਨ ਲਿਆਂਦਾ ਗਿਆ, ਕਾਰਪੋਰੇਟਸ ਦੇ ਅਧੀਨ। ਫਿਰ ਐਗਰੀਕਲਚਰ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਇਸ ਤੋਂ ਪਹਿਲਾਂ ਜਿਹੜੀ ਇਲੈਕਸ਼ਨਸ ਨੇ ਹਿੰਦੁਸਤਾਨ ਦੀਆਂ, ਉਹਨਾਂ ਨੂੰ ਉਹਨਾਂ ਦੀ ਕਾਰਪੋਰੇਟਾਈਜੇਸ਼ਨ ਕਰ ਦਿੱਤੀ ਗਈ ਸੀ। ਔਰ ਇਹ ਜਿਹੜਾ ਪ੍ਰੋਸੈਸ ਹੈਗਾ, ਇਹ ਜਿਹੜੀਆਂ ਦਿੱਲੀ ਦੀਆਂ ਇਲੈਕਸ਼ਨਸ ਨੇ ਕੇਜਰੀਵਾਲ ਉਹਨਾਂ ਤੋਂ, ਔਰ ਉਸ ਤੋਂ ਵੀ ਨਾਲ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਪਹਿਲੀਆਂ ਇਲੈਕਸ਼ਨ ਸੀਗੀਆਂ ਮੋਦੀ ਸਾਹਿਬ ਦੀਆਂ, ਉਹਦੇ ਨਾਲ ਸ਼ੁਰੂ ਹੋ ਜਾਂਦੀ ਹੈ ਜੀ। ਸੋ ਇਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਆਪਾਂ ਜਿਹੜੀ ਸਭ ਤੋਂ ਪਹਿਲੀ ਕੈਜੁਅਲਿਟੀ ਹੋਈ ਹੈ ਇਹਦੇ ਵਿੱਚ, ਉਹ ਹੈਗੀ ਆ ਡੈਮੋਕ੍ਰੇਸੀ ਦੀ। ਜੀ, ਡੈਮੋਕ੍ਰੇਸੀ ਆ ਜਿਹੜੀ, ਜਾਂ ਡੈਮੋਕ੍ਰੇਸੀ ਤੋਂ ਇਹ ਕਹੋ ਕਿ ਜਿਹੜੀ ਆਈਡੀਓਲੋਜੀ ਆ, ਸਭ ਤੋਂ ਪਹਿਲਾਂ ਉਹਨੂੰ ਪਰਾਂ ਕਰ ਦਿੱਤਾ ਗਿਆ ਕਿ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਨੇ ਉਹ ਆਈਡੀਓਲੋਜੀ ਦੇ ਆਧਾਰ ਦੇ ਉੱਤੇ ਨਹੀਂ ਲੜੀਆਂ ਜਾਣਗੀਆਂ, ਬਲਕਿ ਵਿਨੇਬਿਲਿਟੀ ਦੇ ਆਧਾਰ ਦੇ ਉੱਤੇ ਲੜੀਆਂ ਜਾਣਗੀਆਂ ਕਿ ਕਿਹੜੀ ਧਿਰ ਕਿਵੇਂ, ਕੌਣ ਜਿੱਤ ਸਕਦਾ, ਇਹਨੂੰ ਮੁੱਖ ਆਧਾਰ ਬਣਾ ਲਿਆ ਗਿਆ। ਔਰ ਇਹ ਸਾਰੇ ਆਧਾਰ ਦੇ ਉੱਤੇ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਸੀ ਉਹ ਸੀ ਕਿ
ਜਿਹੜਾ ਇਲੈਕਸ਼ਨਸ ਦਾ ਬਹੁਤ ਜ਼ਿਆਦਾ ਮਹਿੰਗੇ ਹੋ ਜਾਣਾ। ਭਾਵੇਂ ਅਸੀਂ ਪੰਜਾਬ ਦੇ ਵਿੱਚ ਕਹਿੰਦੇ ਆਏ ਹਾਂ ਕਿ ਇਹ ਕੰਮ ਬਾਦਲ ਸਾਹਿਬ ਨੇ ਸ਼ੁਰੂ ਕੀਤਾ, ਕਿ ਉਹਨਾਂ ਨੇ ਇਲੈਕਸ਼ਨਸ ਨੂੰ ਬਹੁਤ ਮਹਿੰਗਾ ਕਰ ਦਿੱਤਾ। ਸੋ ਇੱਥੇ ਵੀ ਹਰ ਪਾਰਟੀ ਨੇ ਇਸ ਗੱਲ ਦੇ ਵਿੱਚ ਆਪਣੇ ਆਪ ਕੰਟਰੀਬਿਊਟ ਕੀਤਾ ਕਿ ਇਲੈਕਸ਼ਨਸ ਨੂੰ ਕਿਵੇਂ ਮਹਿੰਗਾ ਕੀਤਾ ਜਾ ਸਕਦਾ। ਜਦੋਂ ਅਸੀਂ ਦੇਖਦੇ ਹਾਂ ਕਿ ਇਹਦਾ ਰਿਜ਼ਲਟ ਕੀ ਹੋਇਆ, ਇਹਦਾ ਰਿਜ਼ਲਟ ਇਹ ਹੋਇਆ ਕਿ ਨੰਬਰ 1 ਜਿਹੜੇ ਸਾਰੀ ਦੀ ਸਾਰੀ ਜਿਹੜਾ ਇੱਕ ਐਲੀਟ ਆ, ਜਿਹੜਾ ਇਲੈਕਸ਼ਨ ਐਲੀਟ, ਕੌਣ ਇਲੈਕਸ਼ਨ ਲੜ ਸਕਦਾ, ਕਿਹੜੀਆਂ ਪੋਲੀਟੀਕਲ ਪਾਰਟੀਆਂ ਨੇ, ਇਹਨੂੰ ਜੇ ਦੇਖਣਾ ਹੋਵੇ, ਕਿਸੇ ਚੀਜ਼ ਨਾਲ ਕੰਪੇਅਰ ਕਰਨਾ ਹੋਵੇ, ਤਾਂ ਅਸੀਂ ਇੱਕ ਬਹੁਤ ਵੱਡੀ ਐਲੀਟ ਕਲੱਬ ਦੇ ਨਾਲ ਕੰਪੇਅਰ ਕਰ ਸਕਦੇ ਹਾਂ। ਜਿਹੜੇ ਲੋਕ ਬਹੁਤ ਪੈਸੇ ਵਾਲੇ ਨੇ, ਉਹ ਜਿਵੇਂ ਮਤਲਬ ਜਿਹੜੀਆਂ ਮਹਿੰਗੀਆਂ ਕਲੱਬਸ ਨੇ ਉਹਨਾਂ ਦੇ ਵਿੱਚ ਦਾਖਲ ਹੁੰਦੇ ਨੇ। ਇਸੇ ਤਰ੍ਹਾਂ ਨਾਲ ਹਿੰਦੁਸਤਾਨ ਦੀ ਜਿਹੜੀ ਡੈਮੋਕ੍ਰੇਸੀ ਦੀ ਆ ਜਾਂ ਪੋਲੀਟਿਕਸ ਦੀ ਜਿਹੜੀ ਕਲੱਬ ਹੈਗੀ ਆ, ਉਹਦੇ ਵਿੱਚ ਉਹੀ ਪਾਰਟੀਆਂ ਜਾਂ ਉਹੀ ਕਾਰਪੋਰੇਸ਼ਨਸ, ਪਾਰਟੀ ਨੂੰ ਹੁਣ ਕਾਰਪੋਰੇਸ਼ਨ ਕਹਿਣਾ ਮੈਨੂੰ ਲੱਗਦਾ ਜ਼ਿਆਦਾ ਠੀਕ ਰਹੇਗਾ, ਉਹੀ ਕਾਰਪੋਰੇਸ਼ਨਸ ਤੇ ਉਹੀ ਐਲੀਟ ਲੋਕ ਇਹਦੇ ਵਿੱਚ ਸ਼ਾਮਲ ਹੋ ਸਕਦੇ ਨੇ ਜਿਨ੍ਹਾਂ ਕੋਲ ਦੌਲਤ ਹੈਗੀ ਆ। ਇਹਦੇ ਨਾਲ ਕੀ ਹੋ ਰਿਹਾ ਕਿ ਜਦੋਂ ਤੁਸੀਂ ਇੱਕ ਵਾਰ ਉਸ ਕਲੱਬ ਦੇ ਵਿੱਚ ਸ਼ਾਮਲ ਹੋ ਗਏ, ਫਿਰ ਤੁਹਾਡੀ ਮਰਜ਼ੀ ਆ ਕਿ ਤੁਸੀਂ ਸਵਿਮਿੰਗ ਪੂਲ ਤੇ ਬੈਠਣਾ, ਕਿ ਤੁਸੀਂ ਲੌਨ ਦੇ ਵਿੱਚ ਬੈਠਣਾ, ਕਿ ਤੁਸੀਂ ਬਾਰ ਦੇ ਵਿੱਚ ਬੈਠਣਾ, ਕਿ ਤੁਸੀਂ ਰੈਸਟੋਰੈਂਟ ਦੇ ਵਿੱਚ ਬੈਠਣਾ। ਇਸ ਕਰਕੇ ਇਸ ਗੱਲ ਦਾ ਕੋਈ ਮੁੱਲ ਨਹੀਂ ਰਿਹਾ ਕਿ ਕਿਹੜਾ ਬੰਦਾ ਕਿਸ ਆਈਡੀਓਲੋਜੀ ਦੇ ਨਾਲ ਪ੍ਰਤੀਬੱਧ ਹੈਗਾ। ਇਹਦਾ ਮਤਲਬ ਵੰਸ ਯੂ ਐਂਟਰ ਦਾ ਕਲੱਬ, ਉਸ ਤੋਂ ਬਾਅਦ ਚਾਹੇ ਉਹ ਕਾਂਗਰਸ ਆ, ਚਾਹੇ ਉਹ ਅਕਾਲੀ ਦਲ ਆ, ਚਾਹੇ ਉਹ ਆਪ ਆ, ਚਾਹੇ ਉਹ ਬੰਗਾਲ ਦੇ ਵਿੱਚ ਦੇਖਦੇ ਆ ਜਾਂ ਹੋਰ ਬਾਕੀ ਥਾਂ ਤੇ ਦੇਖਦੇ ਹਾਂ, ਕਿ ਇਹ ਜਿਹੜੀ ਸਵਿਚਿੰਗ ਆ ਇਹ ਬਹੁਤ ਸੌਖੀ ਤਰ੍ਹਾਂ, ਬਹੁਤ ਸਹਿਜੇ ਹੀ ਹੋ ਜਾਂਦੀ ਆ, ਔਰ ਜਿਹੜੀਆਂ ਆਈਡੀਓਲੋਜੀਜ਼ ਨੇ ਉਹਦਾ ਕੋਈ ਮੀਨਿੰਗ ਨਹੀਂ ਰਹਿ ਜਾਂਦਾ। ਸੋ ਆਪਾਂ ਇਸ ਗੱਲ ਦੇ ਉੱਤੇ ਆ ਗਏ ਕਿ ਸਭ ਤੋਂ ਇੰਪੋਰਟੈਂਟ ਗੱਲ ਹੈਗੀ ਆ ਜਿੱਤਣਾ। ਹੁਣ ਜਿੱਤਣ ਲਈ ਕੀ ਕੀਤਾ ਜਾ ਰਿਹਾ? ਜਿੱਤਣ ਲਈ ਸਭ ਤੋਂ ਪਹਿਲਾਂ ਕੁਛ ਮਤਲਬ ਜਿਨ੍ਹਾਂ ਨੂੰ ਅਸੀਂ ਕੰਸਲਟੈਂਸੀਜ਼ ਕਹਿੰਦੇ ਆ, ਜਿਹੜੇ ਕੰਸਲਟੈਂਟਸ ਨੇ, ਮਤਲਬ ਸਟ੍ਰੈਟੇਜਿਸਟ ਨੇ ਇਲੈਕਸ਼ਨਸ ਦੇ, ਉਹਨਾਂ ਨੇ ਕੁਛ ਕੰਪਨੀਆਂ ਬਣਾਈਆਂ ਔਰ ਉਹਨਾਂ ਨੂੰ ਹਾਇਰ ਕਰਕੇ ਅਸੀਂ ਜਿਹੜੀਆਂ ਆਪਣੀਆਂ ਇਲੈਕਸ਼ਨਸ ਨੇ ਉਹਨਾਂ ਨੂੰ ਡਿਜ਼ਾਈਨ ਕਰਦੇ ਹਾਂ, ਉਹਨਾਂ ਨੂੰ ਇੰਪਲੀਮੈਂਟ ਕਰਦੇ ਹਾਂ, ਉਹਨਾਂ ਦੇ ਜਿਹੜੇ ਸਾਰੇ ਡਿਜ਼ਾਈਨਸ ਨੇ ਜਾਂ ਉਹਨਾਂ ਦੇ ਪਲੈਨਿੰਗਸ ਨੇ। ਹੁਣ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਇਨਵੋਲਡ ਨੇ? ਇਹਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਮੀਡੀਆ ਇਨਵੋਲਡ ਹੈ, ਇਹਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਸਟ੍ਰੈਟਜੀਜ਼ ਇਨਵੋਲਡ ਨੇ, ਈਵੈਂਟਸ ਦੀ ਡਿਜ਼ਾਈਨਿੰਗ ਇਨਵੋਲਡ ਹੈਗੀ ਆ। ਤੇ ਜਿਵੇਂ ਕਾਫੀ ਵਿਦ ਕੈਪਟਨ, ਔਰ ਜਿਸ ਤਰੀਕੇ ਨਾਲ 2014 ਚ ਮੋਦੀ ਨੂੰ ਇੱਕੋ ਵੇਲੇ 300 ਸਕਰੀਨਾਂ ਤੇ ਦਿਖਾਉਣਾ ਹੈ, ਜਿਵੇਂ ਹੁਣ ਅਕਾਲੀ ਦਲ ਜਿਹੜਾ ਕਦੇ ਆਈਡੀਓਲੋਜੀ ਤੇ ਚੱਲਦਾ ਸੀ, ਅੱਜ ਉਹ ਅਕਾਲੀ ਦਲ ਨੂੰ ਵੀ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਦਾ ਇੱਕ ਪੁਰਾਣਾ ਮੈਂਬਰ ਲੈ ਕੇ ਜਿਹਨੇ ਆਪਣੀ ਨਵੀਂ ਕੰਪਨੀ ਬਣਾ ਲਈ ਹੈ, ਉਹਦੇ ਨਾਲ ਤੁਰਨਾ ਪੈ ਰਿਹਾ ਜੀ। ਹਾਂਜੀ, ਇਹ ਤੁਸੀਂ ਸਾਰਾ ਮੇਰੇ ਨਾਲ ਜ਼ਿਆਦਾ ਚੰਗੀ ਤਰ੍ਹਾਂ ਜਾਣਦੇ ਹੋ ਕਿ ਕਿਵੇਂ ਅਸੀਂ ਇਲੈਕਸ਼ਨਸ ਨੂੰ ਮਤਲਬ ਬਹੁਤ ਜ਼ਿਆਦਾ ਟੈਕਨੋਲੋਜੀ ਦੇ ਉੱਤੇ ਬੇਸ ਕਰ ਦਿੱਤਾ, ਔਰ ਟੈਕਨੋਲੋਜੀ ਤੇ ਬੇਸ ਕਰਨ ਨਾਲ ਜਿਹੜੀਆਂ ਆਈਡੀਓਲੋਜੀਜ਼ ਨੇ, ਉਹ ਇੱਕ ਬਹੁਤ ਇੱਕ ਖੂਬਸੂਰਤ ਸ਼ਬਦ ਅੱਜ ਕੱਲ੍ਹ ਲੋਕਾਂ ਨੇ ਘੜਿਆ, ਉਹ ਹੈਗਾ ਸੋਲਿਊਸ਼ਨਿਜ਼ਮ। ਸੋਲਿਊਸ਼ਨਿਜ਼ਮ ਇਹ ਗੱਲ ਕਹਿੰਦਾ ਕਿ ਦੁਨੀਆ ਦੀ ਕੋਈ ਵੀ ਸਮੱਸਿਆ ਹੋਵੇ, ਉਹਦਾ ਸੋਲਿਊਸ਼ਨ ਆ ਜਿਹੜਾ ਉਹ ਟੈਕਨੋਲੋਜੀ ਕੋਲ ਆ। ਸੋ ਇਲੈਕਸ਼ਨ ਜਿੱਤਣ ਦਾ ਜਿਹੜਾ ਸੋਲਿਊਸ਼ਨ ਆ ਉਹ ਵੀ ਅਸੀਂ ਟੈਕਨੋਲੋਜੀ ਦੇ ਹਵਾਲੇ ਕਰ ਦਿੱਤਾ, ਜਿਹਦੇ ਨਾਲ ਜਿਹੜਾ ਕੈਂਡੀਡੇਟ ਆ ਜਾਂ ਪੋਲੀਟੀਕਲ ਪਾਰਟੀਆਂ ਨੇ ਉਹ ਤਾਂ ਸਾਈਡ ਤੇ ਹੋ ਕੇ ਬੈਠ ਜਾਂਦੀਆਂ ਨੇ। ਜਿਹੜੀਆਂ ਇਹ ਕਾਰਪੋਰੇਸ਼ਨਸ ਨੇ, ਜਿਹੜੀਆਂ ਇਹ ਡਿਜ਼ਾਈਨ ਕਰਦੀਆਂ ਨੇ ਕਿ ਕਿਹਨੇ ਕੀ ਬੋਲਣਾ, ਕੀ ਕਹਿਣਾ, ਕਿਹਦੇ ਨਾਲ ਚਾਹ ਪੀਣੀ ਆ, ਕਿਵੇਂ ਪੀਣੀ ਆ, ਤੇ ਉੱਥੇ ਕੀ ਗੱਲ ਕਹਿਣੀ ਆ, ਇਹ ਸਾਰਾ ਕੁਛ ਪਹਿਲਾਂ ਹੀ ਪ੍ਰੀ ਡਿਜ਼ਾਈਨਡ ਹੁੰਦਾ। ਹੁਣ ਜਦੋਂ ਇਸ ਗੱਲ ਦੇ ਉੱਤੇ ਆਪਾਂ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਹੋਈਆਂ, ਵਿਨੇਬਿਲਿਟੀ ਇਜ਼ ਦਾ ਮੇਨ ਕ੍ਰਾਈਟੇਰੀਆ, ਉਹਦੇ ਲਈ ਜਿਹੜੀ ਟੈਕਨੋਲੋਜੀ ਨੂੰ ਬੇਸ ਬਣਾਉਣਾ, ਇਹ ਦੂਸਰੀ ਗੱਲ ਇੰਪੋਰਟੈਂਟ ਹੋ ਗਈ। ਤੀਸਰੀ ਆਈਡੀਓਲੋਜੀ ਦਾ ਖਹਿੜਾ ਛੱਡ ਦੇਣਾ, ਇਹ ਇੱਕ ਬਹੁਤ ਇੰਪੋਰਟੈਂਟ ਗੱਲ ਹੋ ਗਈ। ਇਹਨਾਂ ਦੇ ਨਾਲ ਅਸੀਂ ਮਤਲਬ ਜਿਹੜੀ ਇਹ ਸਾਰੀ ਦੀ ਸਾਰੀ ਜਿਹੜੀ ਡੈਮੋਕ੍ਰੇਸੀ ਆ, ਇਹਨੂੰ ਅਸੀਂ ਸੇਲ ਦੇ ਲਾ ਦਿੱਤਾ, ਇਹਨੂੰ ਅਸੀਂ ਬਾਜ਼ਾਰ 'ਚ ਖੜਾ ਕਰ ਦਿੱਤਾ, ਤੇ ਹਰੇਕ ਪਾਰਟੀ ਦੀ ਇੱਕੋ ਹੀ ਇੱਛਾ ਰਹਿ ਗਈ ਕਿ ਕਿਵੇਂ ਆਪਣਾ ਜਿੱਤਣਾ। ਹੁਣ ਆਪਾਂ ਦੇਖੀਏ ਕਿ ਅੱਜ ਦੇ ਜ਼ਮਾਨੇ 'ਚ ਇਹ ਹੁਣ ਦੀ ਸਿਚੁਏਸ਼ਨ ਦੇ ਵਿੱਚ ਕੀ ਹੋਇਆ। ਮੈਨੂੰ ਇਹ ਲੱਗ ਰਿਹਾ ਕਿ ਜਦੋਂ ਆਪਾਂ ਪਿੱਛੇ ਜਦੋਂ ਇਹਨਾਂ ਨੇ ਕਿਹਾ ਕਿ ਮੈਂ ਇਹਨਾਂ ਨੂੰ ਐਡਵਾਈਜ਼ਰ ਬਣਾ ਲਿਆ ਗਿਆ ਆਪਣੇ ਪ੍ਰਸ਼ਾਂਤ ਕਿਸ਼ੋਰ ਜੀ ਨੂੰ, ਉਸ ਤੋਂ ਬਾਅਦ ਉਹਨਾਂ ਨੇ ਆਪਣੀਆਂ ਟੀਮਸ ਇੱਥੇ ਭੇਜੀਆਂ। ਉਹਨਾਂ ਨੇ ਦੇਖਿਆ ਕਿ ਮੌਜੂਦਾ ਸਥਿਤੀ ਦੇ ਵਿੱਚ ਜਿੱਤਿਆ ਜਾਣਾ ਸ਼ਾਇਦ ਬਹੁਤ ਮੁਸ਼ਕਲ ਹੈਗਾ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ, ਪਾਰਟੀਕੂਲਰਲੀ ਜਿਵੇਂ ਕੈਪਟਨ ਸਾਹਿਬ ਦਾ ਗੁਟਕਾ ਸਾਹਿਬ ਨੂੰ ਹੱਥ ਦੇ ਵਿੱਚ ਲੈ ਕੇ ਜਿਹੜਾ ਕੁਝ ਵਾਅਦੇ ਕਰ ਲੈਣੇ ਤੇ ਉਹ ਵਾਅਦੇ ਪੂਰੇ ਨਾ ਹੋਣੇ, ਉਹਨਾਂ ਨੂੰ ਲੱਗਿਆ ਕਿ ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਨੇ ਸ਼ਾਇਦ ਇਹ ਕੈਪਟਨ ਸਾਹਿਬ ਦੇ ਰਸਤੇ 'ਚ ਬਹੁਤ ਵੱਡਾ ਰੋੜਾ ਬਣ ਸਕਦੀਆਂ ਨੇ, ਰੁਕਾਵਟ ਬਣ ਸਕਦੀਆਂ ਨੇ। ਫਿਰ ਦੂਸਰੇ ਨੰਬਰ ਤੇ ਆਪਾਂ ਇਹ ਵੀ ਬਹੁਤ ਵਾਰ ਸੁਣਿਆ ਕਿ ਪ੍ਰਸ਼ਾਂਤ ਕਿਸ਼ੋਰ ਜੀ ਨੇ ਸਿੱਧੂ ਸਾਹਿਬ ਨਾਲ, ਨਵਜੋਤ ਸਿੱਧੂ ਹੋਣਾ ਨਾਲ ਵੀ ਕਾਫੀ ਸਾਰੀਆਂ ਮੀਟਿੰਗਸ ਕੀਤੀਆਂ, ਤੇ ਉੱਥੋਂ ਮੈਨੂੰ ਲੱਗ ਰਿਹਾ ਕਿ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਲੀਡਰਸ਼ਿਪ ਚੇਂਜ ਕਿਸੇ ਹੱਦ ਤੱਕ
ਹੈਲਪਫੁਲ ਹੋ ਸਕਦੀ ਹੈ। ਪਰ ਮੈਨੂੰ ਮਤਲਬ ਹੁਣ ਜਿਵੇਂ ਕੈਪਟਨ ਸਾਹਿਬ ਦੀ ਵੀ, ਮੈਂ ਇਹ ਨਹੀਂ ਕਹਿ ਰਿਹਾ ਕਿ ਪ੍ਰਸ਼ਾਂਤ ਕਿਸ਼ੋਰ, ਕੈਪਟਨ ਸਾਹਿਬ ਤੇ ਜਿਹੜੀ ਇਹ ਸਿੱਧੂ ਸਾਹਿਬ ਨੇ ਇਹਨਾਂ ਦੀ ਰਲ ਕੇ ਗੇਮ ਤਿਆਰ ਕੀਤੀ ਹੈ, ਮੈਂ ਇਹ ਬਿਲਕੁਲ ਨਹੀਂ ਕਹਿ ਰਿਹਾ। ਮੈਂ ਕਹਿ ਰਿਹਾ ਇੱਕ ਸਟ੍ਰੈਟਜੀ ਤਿਆਰ ਕੀਤੀ ਜਾ ਰਹੀ ਆ, ਜਿਹੜੀ ਸਟ੍ਰੈਟਜੀ ਹੋ ਸਕਦਾ ਹਾਈ ਕਮਾਂਡ ਜਾਣਦੀ ਹੋਵੇ ਜਾਂ ਕਿਸੇ ਹੱਦ ਤੱਕ ਕਿਸੇ ਇੱਕ ਧਿਰ ਨੂੰ ਕੌਨਫੀਡੈਂਸ ਦੇ ਵਿੱਚ ਵੀ ਲੈ ਲਿਆ ਗਿਆ ਹੋਵੇ। ਪਰ ਇਹ ਬੇਸਿਕਲੀ ਸਟ੍ਰੈਟਜੀ ਇਹ ਆ ਕਿ ਉਹ ਮੁੱਦੇ ਜਿਨ੍ਹਾਂ ਦੇ ਉੱਤੇ ਅਕਾਲੀ ਦਲ ਨੇ ਜਾਂ ਆਪ ਨੇ, ਪਾਰਟੀਕੂਲਰਲੀ ਅਕਾਲੀ ਦਲ ਨੇ ਇਹਨਾਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਸੀ ਔਰ ਲੋਕਾਂ ਨੇ ਦਬੀ ਜ਼ੁਬਾਨ ਨਾਲ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਹੋ ਸਕਦਾ ਕਿ ਆਉਣ ਵਾਲੇ ਜਿਹੜੀਆਂ ਇਲੈਕਸ਼ਨਸ ਨੇ ਉਹਦੇ ਵਿੱਚ ਅਕਾਲੀ ਦਲ ਦਾ ਅਪਰ ਹੈਂਡ ਹੋ ਜਾਵੇ। ਇਹਨੂੰ ਕਿਵੇਂ ਰੋਕਿਆ ਜਾ ਸਕਦਾ ਸੀ? ਇਹਨੂੰ ਰੋਕਣ ਦਾ ਇੱਕੋ ਹੀ ਢੰਗ ਸੀ ਕਿ ਜਿਹੜੀ ਵਿਰੋਧੀ ਧਿਰ ਆ ਉਹ ਬਾਹਰ ਰਹਿਣ ਦੀ ਥਾਂ ਉਹ ਵੀ ਆਪਣੇ ਘਰ ਦੇ ਵਿੱਚ ਹੀ ਲੈਂਦੀ ਜਾ ਸਕੇ ਜੀ। ਤੋ ਜਿਹੜੀ ਵਿਰੋਧੀ ਧਿਰ ਆ ਉਹ ਇਹਦੀ ਥਾਂ ਕਿ ਉਹ ਆਪਣੇ ਸੁਖਬੀਰ ਬਾਦਲ ਕੋਲ ਹੋਵੇ, ਉਹਨੂੰ ਨਵਜੋਤ ਸਿੱਧੂ ਦੇ ਰੂਪ ਦੇ ਵਿੱਚ ਆਪਣੇ ਘਰ ਦੇ ਵਿੱਚ ਹੀ ਲਿਆਂਦਾ ਗਿਆ। ਜਿਵੇਂ ਕਿਸੇ ਵੇਲੇ ਬਾਦਲ ਸਾਹਿਬ ਨੇ ਪਹਿਲਾਂ ਅਕਾਲੀ ਦਲ ਦੇ ਤਿੰਨ ਧਿਰਾਂ ਹੁੰਦੀਆਂ ਸੀ, ਇੱਕ ਅਕਾਲੀ ਦਲ, ਦੂਸਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਤੀਸਰੀ ਹੁੰਦੀ ਸੀ ਜਿਹੜੀ ਪੰਜਾਬ ਸਰਕਾਰ ਜਾਂ ਮਤਲਬ ਸਮਝ ਲਓ ਕਹਿ ਲਓ ਕਿ ਲੈਜਿਸਲੇਚਰ। ਬਾਦਲ ਸਾਹਿਬ ਇਹਦੇ ਇੱਕ ਹਿੱਸੇ ਦੇ ਮਾਲਕ ਸੀਗੇ, ਪਰ ਹੌਲੀ ਹੌਲੀ ਉਹਨਾਂ ਨੇ ਕੀ ਕੀਤਾ ਕਿ ਤਿੰਨੋਂ ਹੀ ਧਿਰਾਂ ਆਪਣੇ ਘਰ ਦੇ ਵਿੱਚ ਲੈ ਆਂਦੀਆਂ। ਫਿਰ ਤਾਂ ਲੋਕਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਹੋ ਸਕਦਾ ਬਾਦਲ ਸਾਹਿਬ ਨੇ ਸੋਚਿਆ ਹੋਣਾ ਵੀ ਸਾਰਾ ਅਕਾਲੀ ਦਲ ਤਾਂ ਘਰ 'ਚ ਲੈ ਆਂਦਾ, ਹੁਣ ਕਿਉਂਕਿ ਪੰਜਾਬ ਦੇ ਵਿੱਚ ਜਾਂ ਕਾਂਗਰਸ ਨੇ ਆਉਣਾ ਹੁੰਦਾ ਜਾਂ ਅਕਾਲੀ ਦਲ ਨੇ ਆਉਣਾ ਹੁੰਦਾ, ਸੋ ਇਸ ਕਰਕੇ ਜਿਹੜੀ ਕਾਂਗਰਸ ਆ ਉਹ ਵੀ ਆਪਣੇ ਘਰ 'ਚ ਹੀ ਲਿਆਂਦੀ ਜਾ ਸਕੇ ਤੇ ਉੱਥੇ ਇਹ ਹੋ ਸਕਦਾ ਇਸ ਕਰਕੇ ਆਪਣੇ ਭਤੀਜੇ ਨੂੰ ਐਂਟਰੀ ਦਵਾ ਦਿੱਤੀ ਹੋਵੇ। ਸੋ ਇਸ ਤਰ੍ਹਾਂ ਨਾਲ ਹੁਣ ਮਤਲਬ ਸਿਚੁਏਸ਼ਨ ਕਾਂਗਰਸ ਮੈਨੂੰ ਲੱਗਦਾ ਇਸ ਤਰ੍ਹਾਂ ਸੋਚ ਰਹੀ ਆ ਕਿ ਜਿਹੜਾ ਵਿਰੋਧੀ ਧਿਰ ਆ, ਜਿਨ੍ਹਾਂ ਨੇ ਆਪੋਜੀਸ਼ਨ ਆ ਜਿਹੜੀ, ਉਹ ਵੀ ਨਾ ਅਕਾਲੀ ਦਲ ਕੋਲ ਰਹਿਣ ਦਿੱਤੀ ਜਾਵੇ ਨਾ ਆਪ ਕੋਲ ਰਹਿਣ ਦਿੱਤੀ ਜਾਵੇ, ਉਹ ਵੀ ਆਪਣੇ ਘਰ ਦੇ ਵਿੱਚ ਹੀ ਨਵਜੋਤ ਸਿੱਧੂ ਦੇ ਰੂਪ ਦੇ ਵਿੱਚ ਦਾਖਲ ਕਰਵਾ ਲਈ ਜਾਵੇ। ਸੋ ਇਸ ਤਰ੍ਹਾਂ ਨਾਲ ਜਦੋਂ ਆਪਾਂ ਇਹ ਸਾਰੀ ਸਿਚੁਏਸ਼ਨ ਨੂੰ ਦੇਖਦੇ ਹਾਂ ਤਾਂ ਸੈਂਟਰਲ ਗਵਰਨਮੈਂਟ ਨੇ ਨਵਜੋਤ ਸਿੱਧੂ ਦੇ ਇਸ਼ੂਜ਼ ਨੂੰ ਲੈ ਕੇ ਕੁਝ ਸਰਟਨ ਜਿਹੜੀਆਂ ਡਿਮਾਂਡਸ ਨੇ, ਕੁਝ ਇਸ਼ੂਜ਼ ਨੇ ਜਿਹੜੇ ਉਹ ਕੈਪਟਨ ਅਮਰਿੰਦਰ ਸਿੰਘ ਸਾਹਮਣੇ ਰੱਖ ਦਿੱਤੇ ਗਏ ਨੇ ਵੀ ਇਹ ਪੂਰੇ ਕਰੋ। ਸੋ ਜਿਹੜੇ ਡਿਮਾਂਡਸ ਤੇ ਇਸ਼ੂਜ਼ ਅਕਾਲੀ ਦਲ ਨੇ ਜ਼ੋਰ ਸ਼ੋਰ ਨਾਲ ਰੱਖਣੇ ਸੀ ਜਾਂ ਆਪ ਨੇ ਰੱਖਣੇ ਸੀ, ਉਹ ਕਾਂਗਰਸ ਦੇ ਅੰਦਰੋਂ ਹੀ ਰੱਖ ਦਿੱਤੇ ਗਏ ਔਰ ਹਾਈ ਕਮਾਂਡ ਨੇ ਉਹਨਾਂ ਦੇ ਉੱਤੇ ਹੁਕਮ ਦੇ ਦਿੱਤਾ। ਸੋ ਇਹ ਇੱਕ ਮਤਲਬ ਪਹਿਲਾ ਪੁਆਇੰਟ ਆ ਜਿੱਥੋਂ ਮੈਨੂੰ ਲੱਗਿਆ। ਪਰ ਇੱਕ ਸਵਾਲ ਖੜਾ ਹੋ ਜਾਂਦਾ ਕਿ ਇਸ ਸਾਰੇ ਦ੍ਰਿਸ਼ ਵਿੱਚ ਕੈਪਟਨ ਅਮਰਿੰਦਰ ਸਿੰਘ ਖਲਨਾਇਕ ਵਾਂਗ ਖੜੇ ਕਰਤੇ ਗਏ। ਖਲਨਾਇਕ ਕਿਉਂਕਿ ਸਿੱਧੂ ਡਿਮਾਂਡ ਕਰ ਰਿਹਾ ਕਿ ਪੰਜਾਬ ਦੇ ਵਿੱਚ ਬੇਅਦਬੀ ਮਾਮਲਿਆਂ ਨੂੰ ਲੈ ਕੇ ਤੇ ਨਸ਼ੇ ਦੇ ਮਾਮਲਿਆਂ ਨੂੰ ਲੈ ਕੇ ਤੇ ਬਾਕੀ ਜਿਹੜੇ ਪ੍ਰਸ਼ਾਸਨਿਕ ਫੇਲੀਅਰ ਆ ਉਹਨਾਂ ਦੇ ਉੱਤੇ ਉਹਨੇ 13 ਨੁਕਾਤੀ ਪ੍ਰੋਗਰਾਮ ਦਿੱਤਾ, ਉਹਨੂੰ 18 ਦੇ ਵਿੱਚ ਬਦਲ ਕੇ ਹਾਈ ਕਮਾਂਡ ਨੇ ਰੱਖਤਾ। ਇਹਦਾ ਮਤਲਬ ਕਿ ਡਿਕਟੇਟ ਕਰ ਰਹੀ ਆ ਹਾਈ ਕਮਾਂਡ। ਹੀਰੋ ਇਹਦੇ ਵਿੱਚ ਆ ਨਵਜੋਤ ਸਿੰਘ ਸਿੱਧੂ, ਕ੍ਰੈਡਿਟ ਸਾਰਾ ਉਹਨੂੰ ਜਾਊਗਾ, ਲੇਕਿਨ ਇਹਦੇ ਵਿੱਚ ਜਾਣੇ ਅਣਜਾਣੇ ਚ ਖਲਨਾਇਕ ਕੈਪਟਨ ਅਮਰਿੰਦਰ ਸਿੰਘ ਨੇ। ਜੇ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸੇ 'ਚ ਲਿਆ ਗਿਆ ਹੋਵੇ ਤਾਂ ਕੁਦਰਤੀ ਆ ਕੋਈ ਹੀਰੋ ਆਪਣੇ ਆਪ ਨੂੰ ਖਲਨਾਇਕ ਔਰ ਰੀਅਲ ਜ਼ਿੰਦਗੀ ਦਾ ਖਲਨਾਇਕ ਬਣਨਾ ਪਸੰਦ ਨਹੀਂ ਕਰਦਾ। ਲੇਕਿਨ ਇਹਦਾ ਮਤਲਬ ਕਿ ਜੋ ਘੜਿਆ ਗਿਆ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਭਰੋਸੇ 'ਚ ਨਹੀਂ ਲਏ ਗਏ, ਬਾਕੀ ਦੋ ਧਿਰਾਂ ਕਿਤੇ ਰਲ ਕੇ ਖੇਡਦੀਆਂ ਤੁਹਾਨੂੰ ਲੱਗਦਾ? ਕਿਉਂਕਿ ਇਹ ਸੌਖੇ ਤੌਰ ਤੇ ਜੋ ਤੁਸੀਂ ਸਮਝਾ ਰਹੇ ਹੋ ਇਹਦਾ ਨਿਚੋੜ ਤਾਂ ਇਹੀ ਨਿਕਲਦਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਚਿਹਰਾ ਜਿਸ ਤਰੀਕੇ ਨਾਲ ਪੇਸ਼ ਹੋਇਆ ਕਿ ਤੂੰ ਤਾਂ 4.5 ਸਾਲ ਕੁਝ ਨਹੀਂ ਕੀਤਾ ਭਾਈ, ਹੁਣ ਇਹ ਚੀਜ਼ਾਂ ਕਰ। ਇਹਦਾ ਮਤਲਬ ਹੈ ਜੇ ਉਹ ਨਹੀਂ ਕਰ ਸਕਦੇ ਤਾਂ ਵੀ ਜ਼ਿੰਮੇਵਾਰ ਉਹ ਨੇ, ਤੇ ਜੇ ਉਹ ਕਰਦੇ ਨੇ ਤੇ ਫਿਰ ਵੀ ਲੋਕਾਂ ਕਹਿਣਾ ਕਿ ਇਹ ਤਾਂ ਹਾਈ ਕਮਾਂਡ ਦੇ ਕਹਿਣ ਤੇ ਕੀਤਾ ਤੇ ਹੈ ਮਸਲੇ ਨਵਜੋਤ ਸਿੰਘ ਸਿੱਧੂ ਨੇ ਉਠਾਏ। ਤੁਹਾਨੂੰ ਲੱਗਦਾ ਇਸ ਤਰ੍ਹਾਂ ਨੂੰ ਆਪਾਂ ਦੇਖ ਸਕਦੇ ਹਾਂ ਜੀ? ਹਾਂਜੀ, ਬਿਲਕੁਲ ਬਿਲਕੁਲ, ਬਹੁਤ ਵਧੀਆ ਸਵਾਲ ਹੈ। ਤੇ ਮੈਂ ਇਸ ਗੱਲ ਨਾਲ ਸ਼ਾਇਦ ਮੈਂ ਸਹਿਮਤ ਨਾ ਹੋ ਪਾਵਾਂ ਕਿਉਂਕਿ ਅਮਰਿੰਦਰ ਸਿੰਘ ਦਾ ਇਹਦੇ ਵਿੱਚ ਖਲਨਾਇਕ ਬਣਨਾ ਨਹੀਂ ਤੈਅ ਹੈ। ਇਹ ਸਾਰਾ ਕੁਝ ਹੋਏਗਾ ਅਮਰਿੰਦਰ ਸਿੰਘ ਰਾਹੀਂ ਹੀ। ਹੁਣ ਉਹਦੇ ਵਿੱਚ ਕੀ ਆ, ਅਮਰਿੰਦਰ ਸਿੰਘ ਜਿਹੜੀ ਗੇਮ ਖੇਡ ਰਹੇ ਨੇ ਉਹ ਇੱਕ ਖਾਸ ਕਿਸਮ ਦੀ, ਜਿਹਨੂੰ ਅਸੀਂ ਪਿਛਲੇ ਟਾਈਮਸ ਦੇ ਵਿੱਚ ਕਹਿੰਦੇ ਰਹੇ ਹਾਂ ਕਿ ਸੋਸ਼ਲ ਇੰਜੀਨੀਅਰਿੰਗ, ਉਸ ਡਾਇਰੈਕਸ਼ਨ 'ਚ ਚੱਲਣ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਨੇ ਜਿੰਨੇ ਬੰਦੇ, ਜਿੰਨੇ ਸ਼ਹਿਰੀ ਮਤਲਬ ਜਿਹੜੇ MLAs ਨੇ, ਮਿਨਿਸਟਰਸ ਨੇ, ਜਾਂ ਜੇ ਕਹਿ ਲਿਆ ਜਾਵੇ, ਮੈਨੂੰ ਨਹੀਂ ਲੱਗਦਾ ਕੋਈ ਇਹਦੇ 'ਚ ਹਰਜ ਹੋਏਗਾ ਕਿ ਜਿੰਨੇ ਹਿੰਦੂ ਫੇਸਿਸ ਨੇ ਉਹ ਉਹਨਾਂ ਨੇ ਸਾਰੇ ਆਪਣੇ ਉਹਦੇ 'ਤੇ ਬੁਲਾਏ ਨੇ। ਹੁਣ ਇਹਦੇ ਨਾਲ ਕੀ ਹੋ ਰਿਹਾ ਕਿ ਦੋ ਚੀਜ਼ਾਂ ਨੇ। ਇੱਕ ਪਾਸੇ ਉਹ ਨੇ ਜਿਹੜੇ ਮੁੱਦੇ ਨੇ ਜਿਹੜੇ ਬੇਸਿਕਲੀ ਉਹ ਤਾਂ ਸਿੱਖ ਧਰਮ ਦੇ ਨਾਲ ਜੁੜੇ ਹੋਣ ਕਰਕੇ ਜਾਂ ਪੰਜਾਬ ਦੇ ਪਿੰਡਾਂ ਦੇ ਨਾਲ ਜੁੜੇ ਹੋਣ ਕਰਕੇ, ਚਾਹੇ ਉਹ ਜਿੰਨੇ ਵੀ ਮੁੱਦੇ ਉਠਾਏ ਗਏ ਨੇ ਉਹ ਮੁੱਦੇ ਨੇ ਜਿਹੜੇ ਪਿੰਡਾਂ ਦੇ ਨਾਲ
ਜਾਂ ਸਿੱਖ ਧਰਮ ਦੇ ਨਾਲ ਜੁੜੇ ਹੋਏ ਨੇ। ਇਹਦੇ ਵਿੱਚ ਹੋ ਸਕਦਾ ਸੀ ਕਿ ਜਿਹੜਾ ਹਿੰਦੂ ਮਤਲਬ ਵੋਟਰ ਆ ਉਹ ਕਿਸੇ ਹੱਦ ਤੱਕ ਐਲੀਨੇਟ ਹੋ ਜਾਵੇ। ਸੋ ਇੱਕ ਪੂਰੇ ਦਾ ਪੂਰਾ ਜਿਹੜਾ ਧੜਾ ਹੈਗਾ ਉਹ ਕੈਪਟਨ ਅਮਰਿੰਦਰ ਸਿੰਘ ਨੇ ਸਾਂਭ ਲਿਆ। ਦੂਸਰਾ ਜਿਹੜਾ ਧੜਾ ਹੈਗਾ, ਜੇ ਆਪਾਂ ਪੰਜਾਬ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਲਈਏ, ਇੱਕ ਰੂਰਲ ਇੰਡੀਆ ਤੇ ਇੱਕ ਅਰਬਨ ਇੰਡੀਆ। ਅਰਬਨ ਇੰਡੀਆ ਕੈਪਟਨ ਅਮਰਿੰਦਰ ਸਿੰਘ ਨੇ ਸੰਭਾਲ ਲਿਆ, ਔਰ ਰੂਰਲ ਇੰਡੀਆ ਜਿਹੜਾ ਹੈਗਾ ਇਹ ਨਵਜੋਤ ਸਿੰਘ ਸਿੱਧੂ ਨੇ ਸੰਭਾਲ ਲਿਆ। ਔਰ ਹੋਏਗਾ ਕੀ ਇਹਦੇ ਵਿੱਚ ਕਿ ਇੱਕ ਟਾਈਮ ਦੇ ਉੱਤੇ ਇਹ ਆ ਜਾਏਗਾ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਬਿਲਕੁਲ ਆਈਡੀਅਲ ਟਾਈਮ ਆ ਹੁਣ ਕਿ ਅਗਰ ਇਹਨਾਂ ਮੁੱਦਿਆਂ ਦੇ ਉੱਤੇ ਐਕਸ਼ਨ ਲਿਆ ਜਾਂਦਾ, ਔਰ ਬਿਲਕੁਲ ਐਪਰੋਪਰੀਏਟ ਟਾਈਮ ਦੇ ਉੱਤੇ, ਪਹਿਲਾਂ ਵੀ ਐਪਰੋਪਰੀਏਟ ਟਾਈਮ ਇਹੀ ਸੀ, ਇਹਨੂੰ ਵੇਟ ਕੀਤਾ ਗਿਆ ਇਸ ਟਾਈਮ ਨੂੰ ਕਿ ਜਦੋਂ ਹੁਣ ਇਹਨਾਂ ਮੁੱਦਿਆਂ ਦੇ ਉੱਤੇ ਐਕਸ਼ਨ ਲਿਆ ਜਾਵੇਗਾ ਤਾਂ ਮਤਲਬ ਭਾਵੇਂ ਤੁਹਾਡੀ ਇਹ ਗੱਲ ਠੀਕ ਆ ਕਿ ਇਹ ਕਿਹਾ ਜਾਏਗਾ ਕਿ ਇਹ ਪ੍ਰੈਸ਼ਰ ਥੱਲੇ ਹੋਇਆ ਸੈਂਟਰਲ ਗਵਰਨਮੈਂਟ ਦੇ, ਪਰ ਇਹ ਵੀ ਚੀਜ਼ਾਂ ਆਉਣਗੀਆਂ ਕਿ ਇਹੀ ਐਪਰੋਪਰੀਏਟ ਟਾਈਮ ਸੀਗਾ ਲੋਕਾਂ ਦੇ ਮਨਾਂ ਦੇ ਵਿੱਚ। ਔਰ ਇਹਦੇ ਨਾਲ ਕੀ ਹੋਏਗਾ ਕਿ ਜਿਹੜੀ ਪੇਂਡੂ ਵੋਟ ਆ ਉਹ ਬਹੁਤ ਹੱਦ ਤੱਕ ਡਿਵਾਈਡ ਹੋਏਗੀ, ਸ਼ਹਿਰੀ ਵੋਟ ਪੂਰੀ ਤਰ੍ਹਾਂ ਨਾਲ ਕੰਸੋਲੀਡੇਟ ਹੋ ਜਾਏਗੀ ਇਹਨਾਂ ਦੇ ਹੱਕ ਦੇ ਵਿੱਚ, ਔਰ ਪਿੰਡਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿੰਨਾ ਇਨਫਲੂਐਂਸ ਆ ਇਸ ਵੇਲੇ ਨਵਜੋਤ ਸਿੱਧੂ ਦਾ, ਉਹਨਾਂ ਸ਼ਾਇਦ ਕਿਸੇ ਲੀਡਰ ਦਾ ਵੀ ਮਤਲਬ ਇਸ ਵੇਲੇ ਇਨਫਲੂਐਂਸ ਨਹੀਂ ਹੈ ਪੰਜਾਬ ਤੇ। ਸਾਰਾ ਪੰਜਾਬ ਉਹਦੇ ਵੱਲ ਦੇਖਦਾ। ਇਸ ਤਰ੍ਹਾਂ ਨਾਲ ਮੈਂ ਸਮਝਦਾ ਕਿ ਇਹ ਦੋਨੋਂ ਧਿਰਾਂ ਅਲੱਗ-ਅਲੱਗ ਰਹਿ ਕੇ ਇੱਕ ਖਾਸ ਕਿਸਮ ਦਾ ਮਤਲਬ ਇੱਕ ਅਲਾਇੰਸ ਰਾਹੀਂ, ਜਿਹੜਾ ਕਿ ਦੇਖਣ ਨੂੰ ਬਹੁਤ ਹੀ ਕੰਟਰੋਡਿਕਟਰੀ ਲੱਗੇਗਾ, ਬਹੁਤ ਹੀ ਵਿਰੋਧੀ ਲੱਗੇਗਾ, ਬਹੁਤ ਹੀ ਇੱਕ ਦੂਸਰੇ ਤੋਂ ਦੂਰ ਗਿਆ ਲੱਗੇਗਾ, ਪਰ ਮੈਨੂੰ ਲੱਗਦਾ ਕਿ ਫਾਈਨਲੀ ਇਹ ਜਿਹੜਾ ਇੱਕ ਖਾਸ ਕਿਸਮ ਦੀ ਇਹ ਜਿਹੜੀ ਐਂਬੀਵਲੈਂਟ ਸਿਚੁਏਸ਼ਨ ਆ ਇਸ ਵੇਲੇ, ਜਿਹੜਾ ਇਹ ਗੱਲ ਇੱਕਸਾਰਤਾ ਦਾ ਟਾਈਮ ਨਹੀਂ ਹੈ, ਇਹ ਐਂਬੀਵਲੈਂਸ ਦਾ ਟਾਈਮ ਆ। ਜਦੋਂ ਤੁਸੀਂ ਡਿਫਰੈਂਟ ਤਰ੍ਹਾਂ ਨੂੰ ਡਿਫਰੈਂਟ ਲੋਕ ਐਡਰੈਸ ਕਰਕੇ ਡਿਫਰੈਂਟ ਇਸ਼ੂਜ਼ ਨੂੰ ਇਕੱਠੇ ਹੁੰਦੇ ਨੇ ਜਾਂ ਇੱਕ ਕੋਲੈਬੋਰੇਟ ਕਰਦੇ ਨੇ, ਉਹਦੇ ਨਾਲ ਜਿਹੜੀਆਂ ਜਿੱਤਣ ਦੀਆਂ ਜਿਹੜੀਆਂ ਸੰਭਾਵਨਾਵਾਂ ਨੇ ਉਹ ਮੇਰੇ ਹਿਸਾਬ ਨਾਲ ਬਹੁਤ ਵੱਧ ਜਾਂਦੀਆਂ ਨੇ। ਲੇਕਿਨ ਗਰੇਵਾਲ ਸਾਹਿਬ, ਫਿਰ ਜੇ ਮੰਨ ਲਓ ਕਿ ਇਹ ਸਥਿਤੀ ਡਿਜ਼ਾਈਨ ਕੀਤੀ ਗਈ ਆ ਔਰ ਇਹਦੇ ਵਿੱਚ ਕੁਝ ਲੋਕ ਭਰੋਸੇ 'ਚ ਲਏ ਗਏ ਆ, ਇਸ ਤੋਂ ਬਾਅਦ ਜਿਹੜੀ ਬਣਨ ਵਾਲੀ ਸਥਿਤੀ ਆ 2022 ਦੀ ਇਲੈਕਸ਼ਨ ਤੱਕ ਪਹੁੰਚਦੇ ਆ, ਜੇਕਰ ਇਹ ਰਣਨੀਤੀ ਵਰਕ ਕਰਦੀ ਆ ਤੇ ਉਹਦੇ ਜਿਹੜੇ ਨਤੀਜੇ ਆ ਉਹਦੇ ਵਿੱਚ ਕਾਂਗਰਸ ਸੱਤਾ ਦੇ ਵਿੱਚ ਆਉਂਦੀ ਆ, ਫਿਰ ਸੱਤਾ ਦਾ ਚਿਹਰਾ ਕੌਣ ਹੋਊਗਾ? ਕੀ ਭਰੋਸੇ 'ਚ ਲਏ ਗਏ ਲੋਕ ਹੋਣਗੇ? ਇਹ ਜਿਹੜੀ ਹੁਣ ਮੌਜੂਦਾ ਸਥਿਤੀ ਆ ਕਿ ਕੈਪਟਨ ਅਮਰਿੰਦਰ ਸਿੰਘ ਔਰ ਸਿੱਧੂ ਦੇ ਵਿੱਚੋਂ ਫੈਸਲਾ ਕਿਵੇਂ ਹੋਏਗਾ ਕਿ ਕੌਣ ਲੀਡ ਕਰੇਗਾ, ਤੇ ਫਿਰ ਉਹ ਜਿਹੜੀ ਸਾਰੀ ਰਣਨੀਤਿਕ ਅਪਰੋਚ ਆ ਉਹਨੂੰ ਕੀ ਪ੍ਰੀ ਡਿਜ਼ਾਈਨ ਕੀਤਾ ਗਿਆ ਹੋਊਗਾ? ਇਹ ਪ੍ਰੀ ਡਿਟਰਮਿਨ ਹੋਊਗਾ ਕਿ ਇਸ ਤੋਂ ਬਾਅਦ ਕੌਣ ਮੇਨ ਰੋਲ 'ਚ ਰਹੇਗਾ ਤੇ ਕੌਣ ਜਿਹੜਾ ਵਾ ਉਹ ਸਾਈਡ ਭੂਮਿਕਾ 'ਚ ਹੋਏਗਾ? ਤੁਹਾਨੂੰ ਕੀ ਲੱਗਦਾ ਇਹ ਫਿਰ ਇੱਕ ਵਾਰੀ ਜਾ ਕੇ ਅਗਲੇ 5 ਸਾਲ ਦੀ ਲੜਾਈ ਹੋਊਗੀ, ਜਾਂ ਇਹਨੂੰ ਪਹਿਲਾਂ ਹੀ ਡਿਜ਼ਾਈਨ ਇਹਨੂੰ ਵੀ ਕਰ ਲਿਆ ਗਿਆ ਹੋਊਗਾ? ਦੇਖੋ, ਇਹ ਉਹਦਾ ਡਿਜ਼ਾਈਨ ਦਾ ਸਰਟਨਲੀ ਪਾਰਟ ਹੋਏਗਾ ਕਿ ਕਿਵੇਂ ਅਸੀਂ ਇਸ ਇਸ਼ੂ ਨੂੰ ਰਿਜ਼ੋਲਵ ਕਰਨਾ। ਜਿਵੇਂ ਉਹਦੀ ਜਿਹੜੀ ਪਹਿਲੀ ਇੰਡੀਕੇਸ਼ਨ ਆ ਉਹ ਇਹ ਆਈ ਆ ਕਿ ਅਸੀਂ ਲੀਡਰ ਦਾ ਨਾਂ ਅਨਾਊਂਸ ਨਹੀਂ ਕਰਾਂਗੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਹੜਾ ਬੰਦਾ ਪੰਜਾਬ ਨੂੰ ਲੀਡ ਕਰੇਗਾ। ਉਹਨਾਂ ਨੇ ਹਾਲੇ ਇਹੀ ਕਿਹਾ ਕਿ ਇਸ ਗੱਲ ਨੂੰ ਮਤਲਬ ਜਿਹੜੀ ਇਹਨਾਂ ਇਲੈਕਸ਼ਨਸ ਦੀ ਜਿਹੜੀ ਲੀਡਰਸ਼ਿਪ ਆ ਉਹ ਹਾਈ ਕਮਾਂਡ ਕੋਲ ਰਹੇਗੀ। ਇਨ ਦਾ ਸੈਂਸ ਕਿ ਦੋਨਾਂ ਨੂੰ ਮਤਲਬ ਆਪਾਂ ਨੂੰ ਇਹ ਥੋੜ੍ਹਾ ਦੇਖਣਾ ਚਾਹੀਦਾ ਕਿ ਇੱਕ ਲੀਡਰ ਵਾਲੀ ਜਿਹੜੀ ਸਥਿਤੀ ਆ ਸ਼ਾਇਦ ਆਉਣ ਵਾਲੇ ਟਾਈਮ ਦੇ ਵਿੱਚ ਉਹ ਇਸ ਪਾਰਟੀਕੂਲਰ ਦੇ ਟਾਈਮ ਦੇ ਵਿੱਚ ਇਹ ਕੰਮ ਨਾ ਕਰੇ। ਇਸੇ ਕਰਕੇ ਇੱਕ ਖਾਸ ਕਿਸਮ ਦੀ ਹਾਲੇ ਤਾਂ 2 ਲੀਡਰ ਨੇ, ਇਟ ਕੁਡ ਬੀ ਮੋਰ ਆਲਸੋ, ਕਿਉਂਕਿ ਪੰਜਾਬ ਨੂੰ ਇਹਨਾਂ ਨੇ ਬਹੁਤ ਸੌਖੀ ਤਰ੍ਹਾਂ ਨਾਲ ਜਾਤਾਂ ਦੇ ਵਿੱਚ ਵੰਡਣ ਦੀ ਥਾਂ ਤੇ ਰੂਰਲ ਤੇ ਅਰਬਨ ਦੇ ਵਿੱਚ ਵੰਡ ਲਿਆ ਔਰ 2 ਲੀਡਰਸ਼ਿਪਸ ਕ੍ਰੀਏਟ ਕਰ ਲਈਆਂ, ਔਰ ਦੋਨਾਂ ਦੇ ਅਲਾਇੰਸ ਦੇ ਵਿੱਚੋਂ ਉਹ ਕਿਵੇਂ ਸਾਰਾ ਕੁਝ ਹੁੰਦਾ, ਕਿਵੇਂ ਸੀਟਾਂ ਦੀ ਡਿਸਟ੍ਰੀਬਿਊਸ਼ਨ ਹੁੰਦੀਆਂ, ਇਹ ਬਹੁਤ ਸਾਰੀਆਂ ਅਗਲੀਆਂ ਗੱਲਾਂ ਨੇ ਜਿਹੜੀਆਂ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਸਮਝਦਾ ਕਿ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਣਗੀਆਂ। ਪਰ ਮਤਲਬ ਇਹ ਗੱਲ ਮੈਂ ਜਿਸ ਗੱਲ ਨੂੰ ਐਮਫੈਸਾਈਜ਼ ਕਰਨਾ ਚਾਹੁੰਦਾ, ਮੈਂ ਉਹ ਗੱਲ ਕਰਨਾ ਚਾਹੁੰਦਾ ਕਿ ਆਈਡੀਓਲੋਜੀ ਦਾ ਟਾਈਮ ਜਾ ਚੁੱਕਿਆ। ਇਹ ਜਿਹੜਾ ਟਾਈਮ ਆ ਜਿਸ ਵਿੱਚੋਂ ਦੀ ਅਸੀਂ ਲੰਘ ਰਹੇ ਹਾਂ, ਇਹ ਕਾਰਪੋਰੇਟਾਈਜੇਸ਼ਨ ਆਫ ਇਲੈਕਸ਼ਨਸ ਦਾ ਟਾਈਮ ਆ, ਜਿੱਥੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਆਈਡੀਓਲੋਜੀਜ਼ ਦੇ ਆਧਾਰ ਦੇ ਉੱਤੇ ਆਪਣੇ ਆਪ ਨੂੰ ਨਹੀਂ ਅੱਗੇ ਲੈ ਕੇ ਆਉਂਦੀਆਂ। ਉਹਨਾਂ ਦਾ ਜਿਹੜਾ ਸਾਰਾ ਦਾਰੋਮਦਾਰ ਆ ਉਹ ਵਿਨੇਬਿਲਿਟੀ ਦੇ ਉੱਤੇ ਹੁੰਦਾ, ਤੇ ਆਪਣੇ ਜਿਵੇਂ ਕਾਰਪੋਰੇਸ਼ਨਸ ਨੇ ਉਹਨਾਂ ਨੇ ਆਪਣੇ ਪ੍ਰੋਫਿਟਸ ਨੂੰ ਮੈਕਸਿਮਾਈਜ਼ ਕਰਨਾ ਹੁੰਦਾ। ਸਿਮਿਲਰਲੀ ਜਿਹੜੀਆਂ ਪੋਲੀਟੀਕਲ ਪਾਰਟੀਜ਼ ਨੇ ਉਹਨਾਂ ਨੇ ਆਪਣੇ ਪ੍ਰੋਫਿਟ, ਜਿਨ੍ਹਾਂ ਨੂੰ ਕਿ ਉਹ ਪਾਵਰ ਦੇ ਰੂਪ ਦੇ ਵਿੱਚ ਦੇਖਦੇ ਨੇ, ਉਹਨਾਂ ਦੇ ਰੂਪ ਦੇ ਵਿੱਚ ਉਹਨਾਂ ਨੇ ਮੈਕਸਿਮਾਈਜ਼ ਕਰਨਾ ਹੁੰਦਾ। ਸੋ ਇਸ ਪੋਲਿਟਿਕਸ ਨੂੰ ਲੈ ਕੇ ਕਈ ਕਿਸਮ ਦੇ ਕੰਪਰੋਮਾਈਜ਼ ਹੋ ਸਕਦੇ ਨੇ। ਜੇ ਇੱਕ ਜਿਹੜਾ MLA ਆ 3 ਵਾਰ ਜਿੱਤਿਆ ਹੋਇਆ ਉਹ ਦੂਸਰੇ ਪਾਸੇ ਜਾ ਸਕਦਾ, ਜਾਂ ਮਤਲਬ ਜਿਹੜਾ ਬੰਦਾ ਕੈਪਟਨ ਸਾਹਿਬ ਨੂੰ ਇੰਨੀਆਂ ਗਾਲਾਂ ਕੱਢਦਾ ਹੋਇਆ ਤੇ ਮੁੜ ਕੇ ਫਿਰ ਆਪ ਦੇ ਵਿੱਚੋਂ ਜਾਂ ਆਪਣੀ ਉਹਦੇ ਚੋਂ ਉੱਥੇ ਜਾ ਸਕਦਾ। ਸੋ ਇਹ ਸਾਰੀਆਂ ਗੱਲਾਂ ਬੇਮਾਨਾ ਹੋ ਚੁੱਕੀਆਂ ਨੇ। ਜਿਹੜੀ ਚੀਜ਼ ਦਾ ਮਾਨਾ ਹੈ ਉਹ ਇਹ ਸਿਰਫ ਤੇ ਸਿਰਫ ਇਸ ਗੱਲ ਦਾ ਕਿ ਜਿੱਤਣਾ ਕਿਵੇਂ ਆ। ਤੇ ਦੂਸਰੀ ਗੱਲ ਇਹ
ਕਿ ਜਿੱਤਣਾ ਕਿਵੇਂ ਆ, ਇਹ ਗੱਲ ਹੁਣ ਬੰਦਿਆਂ ਤੇ ਨਿਰਭਰ ਘੱਟ ਕਰਦੀ ਆ, ਇਹ ਗੱਲ ਕਾਰਪੋਰੇਟਸ ਤੇ, ਇਹ ਗੱਲ ਜਿਹੜੀਆਂ ਇਹ ਸਟ੍ਰੈਟੇਜਿਸਟ ਨੇ ਜਿਹੜੇ, ਉਹਨਾਂ ਦੇ ਉੱਤੇ ਵੱਧ ਨਿਰਭਰ ਕਰਦੀ ਆ। ਤੇ ਉਹਨਾਂ ਦੇ ਉੱਤੇ ਉਹਨਾਂ ਦਾ ਜਿਹੜੀ ਸਟ੍ਰੈਟਜੀ ਆ ਉਹ ਬਹੁਤ ਜ਼ਿਆਦਾ ਕੈਪੀਟਲ ਸੈਂਟਰਿਕ ਹੈਗੀ ਆ, ਉਹ ਕੈਪੀਟਲ ਦੇ ਉੱਤੇ ਆਧਾਰ ਆ, ਪੈਸੇ ਦੇ ਉੱਤੇ ਆਧਾਰ ਆ। ਔਰ ਇਹ ਜਿਹੜੀ ਇਲੈਕਸ਼ਨਸ ਨੇ ਇਹ ਬਿਨਾਂ ਕਾਰਪੋਰੇਟਸ ਦੀ ਮਦਦ ਤੇ ਬਿਲਕੁਲ ਨਹੀਂ ਲੜੀਆਂ ਜਾ ਸਕਦੀਆਂ। ਤੇ ਹਾਂ ਜੀ, ਗਰੇਵਾਲ ਸਾਹਿਬ ਤੁਸੀਂ ਬਹੁਤ ਡਿਟੇਲ 'ਚ ਗੱਲ ਸਮਝਾਈ ਹੈ। ਅਸੀਂ ਇੱਕ ਪੂਰਾ ਐਪੀਸੋਡ ਇਹਦੀਆਂ ਬਰੀਕੀਆਂ ਤੇ ਅੱਗੇ ਕਰਾਂਗੇ ਜਾ ਕੇ। ਮੈਨੂੰ ਪਤਾ ਹੈ ਕਿ ਤੁਹਾਡੇ ਕੁਝ ਰੁਝੇਵੇਂ ਨੇ, ਤੁਸੀਂ ਨਿਕਲਣਾ ਲੁਧਿਆਣੇ ਤੋਂ ਚੰਡੀਗੜ੍ਹ ਨੂੰ। ਮੈਂ ਦੋਸਤੋ ਇਹ ਗੱਲ ਸਾਫ਼ ਕਰਦੇ ਹਾਂ ਕਿ ਸੱਚਮੁੱਚ ਅਸੀਂ 100 ਸਾਲਾ ਪੁਰਾਣੀ ਪਾਰਟੀ ਅਕਾਲੀ ਦਲ ਨੂੰ ਸਾਹਮਣੇ ਦੇਖਿਆ ਕਿ ਕਿਵੇਂ ਉਹ ਆਪਣੇ ਵਿਚਾਰਧਾਰਾ ਨੂੰ ਛੱਡਦੀ ਹੈ ਤੇ ਕਿਵੇਂ ਆਪਣਾ ਸਰੂਪ ਛੱਡ ਦਿੰਦੀ ਆ, ਕਿਵੇਂ ਉਹ ਆਪਣੇ ਆਪ ਨੂੰ ਬਦਲ ਲੈਂਦੇ ਨੇ। ਫਿਰ ਸੁਖਬੀਰ ਬਾਦਲ ਦੀ 2012 ਦੇ ਵਿੱਚ ਇੱਕ ਮੈਨੇਜਰ ਵਜੋਂ ਪੇਸ਼ਕਾਰੀ ਹੁੰਦੀ ਹੈ ਤੇ ਅੱਜ ਤੱਕ ਆਉਂਦਿਆਂ ਫਿਰ ਉਹ ਆਪਣਾ ਪੂਰਾ ਹੀ ਰੰਗ ਸਰੂਪ ਬਦਲ ਕੇ ਉਹਨਾਂ ਹੀ ਧਰਾਵਾਂ 'ਚ ਬਹਿੰਦੀ ਹੈ ਜਿਨ੍ਹਾਂ 'ਚ ਉਹਨੂੰ ਬਹਿਣਾ ਚਾਹੀਦਾ ਇਲੈਕਸ਼ਨ ਜਿੱਤਣ ਲਈ। ਦੂਜੇ ਬੰਨੇ ਕਾਂਗਰਸ ਵਰਗੀ ਜਿਹੜੀ ਆਪਣੇ ਆਪ ਨੂੰ ਧਰਮ ਨਿਰਪੱਖ ਆਖਦੀ ਸੀ, ਹੌਲੀ ਹੌਲੀ ਉਹ ਵੀ ਵੋਟਾਂ ਦੇ ਧਰੁਵੀਕਰਨ ਦੇ ਚੱਕਰ 'ਚ 84 ਵਾਪਰਦਾ ਹੈ ਤੇ ਫਿਰ ਅਸੀਂ ਅੱਗੇ ਆ ਕੇ ਹੁਣ ਭਾਜਪਾ ਨੂੰ ਦੇਖ ਰਹੇ ਹਾਂ। ਜੇਕਰ ਇਹੋ ਹੀ ਹਾਲ ਦੂਜਿਆਂ ਸਾਰਿਆਂ ਦਾ ਦੇਖੀਏ ਤੇ ਵਿਅਕਤੀ ਵਿਸ਼ੇਸ਼ ਕਿਸੇ ਵਿਚਾਰਧਾਰਾ ਨਾਲ ਜੁੜੇ ਨਹੀਂ। ਸੁਖਪਾਲ ਖਹਿਰਾ ਕਦੋਂ ਕਾਂਗਰਸ ਵਿੱਚ ਚਲੇ ਗਏ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ, ਲੇਕਿਨ ਇਹਦੇ ਪਿੱਛੇ ਜਿਹੜੀ ਸੱਚਮੁੱਚ ਇੱਕ ਡਿਜ਼ਾਈਨ ਕੀਤੀ ਮੂਵ ਆ ਉਹ ਸ਼ਾਇਦ ਨਜ਼ਰ ਨਹੀਂ ਆ ਰਹੀ। ਉੱਥੇ ਵੀ ਕਈ ਦੌਰ ਦੀਆਂ ਮੀਟਿੰਗਸ ਹੋਈਆਂ ਹੋਣਗੀਆਂ, ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਔਰ ਖਹਿਰਾ ਤਾਂ ਇੱਕ ਮੋਹਰਾ ਨੇ ਫੋਟੋ ਲਵਾਉਣ ਵਾਲੇ, ਪਿੱਛੇ ਕਾਫੀ ਕੁਝ ਪਰਦੇ ਪਿੱਛੇ ਚੱਲਿਆ ਹੋਊਗਾ ਜਿਹਦੇ ਚ ਵੱਡੇ ਵੱਡੇ ਧਨੰਤਰ ਰਾਣਾ ਗੁਰਜੀਤ ਵਰਗੇ ਪਾਸੇ ਕਰਤੇ ਗਏ। ਇਹੀ ਅੱਜ ਹਾਲ ਹੋਊਗਾ। ਤੁਸੀਂ ਠੀਕ ਕਹਿ ਰਹੇ ਹੋ, ਅਗਲੇ ਦਿਨਾਂ 'ਚ 2 ਚਿਹਰਿਆਂ ਤੋਂ ਵੱਧ ਕੇ 5 ਚਿਹਰਿਆਂ ਤੱਕ ਗੇਮ ਹੋ ਸਕਦੀ ਆ। ਇਹਦੇ 'ਚ ਪ੍ਰਤਾਪ ਬਾਜਵਾ ਸ਼ਾਮਲ ਹੋ ਸਕਦੇ ਆ, ਇਹਦੇ ਵਿੱਚ ਕੁਝ ਹਿੰਦੂ ਚਿਹਰੇ ਹੋ ਸਕਦੇ ਆ, ਮਨਪ੍ਰੀਤ ਨੂੰ ਫੋਕਸ ਵਿੱਚ ਲਿਆ ਜਾ ਸਕਦਾ, ਕਈ ਕੁਝ ਹੋਣ ਵਾਲਾ। ਸੋ ਇਹ ਬਰੀਕੀਆਂ ਦੇ ਉੱਤੇ ਕਰਾਂਗੇ। ਇਹ ਗਰੇਵਾਲ ਸਾਹਿਬ ਵਰਗੇ ਸਿਆਣੇ ਲੋਕ ਜਿਹੜੇ ਤਹਿ ਤੱਕ ਜਾਂਦੇ ਆ ਉਹੀ ਕਰ ਸਕਦੇ। ਬਹੁਤ ਮਿਹਰਬਾਨੀ ਸਰ। ਥੈਂਕ ਯੂ ਸੋ ਮਚ ਸਰ, ਥੈਂਕ ਯੂ।